ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਜੀ ਤੁਹਾਡਾ ਸਾਡੇ ਪੋਡਕਾਸਟ ਦੇ ਵਿੱਚ ਇੰਡੋ ਕੈਨੇਡੀਅਨ ਇਨਵਾਇਰਨਮੈਂਟ ਪੋਡਕਾਸਟ ਸੀਰੀਜ਼ ਦੇ ਐਪੀਸੋਡ ਇਹ ਕਰ ਰਹੇ ਹਾਂ। ਅੱਜ ਅਸੀਂ ਖੇਤਾਂ ਦੇ ਵਿੱਚ ਬੈਠੇ ਹਾਂ। ਸਾਡੇ ਸਾਹਮਣੇ ਆਲੇ ਦੁਆਲੇ ਕ੍ਰੌਪ ਹੈ ਅਤੇ ਡਿੱਗੀ ਪਈ ਹੈ ਕਿਉਂਕਿ 2 ਦਿਨਾਂ ਤੋਂ ਪੰਜਾਬ ਦੇ ਵਿੱਚ ਝੱਖੜ ਹਨੇਰੀ ਤੂਫਾਨ ਆਇਆ ਹੋਇਆ ਸੀ। ਅਤੇ ਇਹ ਅਸੀਂ ਪਿਛਲੇ ਕਈ ਸਾਲਾਂ ਤੋਂ ਦੇਖਦੇ ਆ ਰਹੇ ਹਾਂ ਕਿ ਜਦੋਂ ਫਸਲ ਪੱਕਣ ਲੱਗਦੀ ਆ ਅਤੇ ਉਦੋਂ ਗੜੇਮਾਰੀ ਜਿਹਨੂੰ ਕਹਿ ਦਿੰਦੇ ਨੇ ਹੋ ਜਾਂਦੀ ਹੈ, ਜਾਂ ਕੋਈ ਤਕੜਾ ਤੂਫਾਨ ਆਉਂਦਾ ਅਤੇ ਫਸਲ ਦਾ ਖਾਸਾ ਨੁਕਸਾਨ ਜਿਹੜਾ ਪੰਜਾਬ ਅਤੇ ਹਰਿਆਣਾ ਦੇ ਇਲਾਕਿਆਂ ਦੇ ਵਿੱਚ ਹੋ ਜਾਂਦਾ। ਇਹਦੇ ਬਾਰੇ ਹੀ ਅਸੀਂ ਅੱਜ ਗੱਲ ਕਰਨੀ ਹੈ ਅਤੇ ਸਵਾਗਤ ਕਰਦੇ ਹਾਂ ਯਾਦਵਿੰਦਰ ਸਿੰਘ। ਸਤਿ ਸ਼੍ਰੀ ਅਕਾਲ ਜੀ। ਅਤੇ ਯਾਦਵਿੰਦਰ, ਆਪਾਂ ਜਿਵੇਂ ਕਿ ਜਾਣਦੇ ਹਾਂ ਸਾਰੇ, ਅੱਜ ਗੱਲ ਕਰਦੇ ਹਾਂ ਇਹ ਵਜ੍ਹਾ ਕੀ ਹੈ ਜੀ, ਕਿਉਂ ਇਹ ਮੌਸਮ ਜਿਹੜਾ ਆ ਇੰਨਾ ਬੇਈਮਾਨ ਜਿਹਨੂੰ ਕਹਿੰਦੇ ਨੇ ਹੋਈ ਜਾ ਰਿਹਾ, ਅਤੇ ਕੀ ਇਹਦੇ ਕਾਰਨ ਨੇ? ਇਹ ਸਾਡੀ ਕੋਈ ਗਲਤੀ ਹੈ ਦਾ ਨਤੀਜਾ ਪੰਜਾਬ ਭੁਗਤ ਰਿਹਾ ਹੈ, ਜਾਂ ਕੁੱਲ ਮਿਲਾ ਕੇ ਸਾਰੀ ਮਨੁੱਖੀ ਜਿਹੜੀ ਵਸੋਂ ਹੈ ਉਹ ਕੁਛ ਐਸਾ ਡੈਮੇਜ ਜਿਹੜਾ ਨੇਚਰ ਨੂੰ ਕਰੀ ਜਾ ਰਹੀ ਹੈ, ਜਿਹਦੇ ਕਰਕੇ ਸਾਨੂੰ ਇਹ ਜਿਹੜੇ ਵਰਤਾਰੇ ਨੇ ਨੇਚਰ ਦੇ ਵਿੱਚ, ਕੁਦਰਤ ਦੇ ਵਿੱਚ ਹੋ ਰਹੇ ਨੇ। ਆਪਾਂ ਇਹਦੇ ਬਾਰੇ ਖੁੱਲ੍ਹ ਕੇ ਗੱਲ ਕਰਾਂਗੇ। ਅਤੇ ਸਾਡਾ ਜਿਹੜਾ ਟੌਪਿਕ ਹੈ ਇੰਡੋ ਕੈਨੇਡੀਅਨ ਇਨਵਾਇਰਨਮੈਂਟ ਇਸ਼ੂਜ਼, ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਦੇ ਆਲੇ ਦੁਆਲੇ ਹੀ ਕੇਂਦਰਿਤ ਰਹੀਏ। ਅਤੇ ਚਲੋ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। ਯਾਦਵਿੰਦਰ ਸਿੰਘ, ਪਹਿਲਾ ਤਾਂ ਮੇਰਾ ਜਿਹੜਾ ਸਵਾਲ ਹੈ ਉਹ ਇਹੀ ਹੈ ਕਿ ਆਪਣਾ ਜਿਹੜਾ ਵਰਲਡ ਲੈਵਲ 'ਤੇ ਜਿਹੜੀ ਕਲਾਈਮੇਟ ਕ੍ਰਾਈਸਿਸ ਦੀ ਗੱਲ ਹੁੰਦੀ ਆ ਕਿ ਜਿਹੜਾ ਇੱਕ ਐਮਰਜੈਂਸੀ ਪਈ ਹੋਈ ਹੈ ਪੂਰੀ ਦੁਨੀਆ ਦੀ ਕੁਦਰਤ ਨੂੰ, ਉਹਦੇ ਵਿੱਚ ਕਿੱਥੇ ਕੁ ਜੀ ਦੁਨੀਆ ਖੜ੍ਹਦੀ ਹੈ, ਸਿਚੁਏਸ਼ਨ ਕੀ ਹੈ, ਅਤੇ ਉੱਥੇ ਕੈਨੇਡਾ ਕਿੱਥੇ ਕੁ ਜੀ ਸਟੈਂਡ ਕਰਦਾ ਉਹਦੇ ਕੰਪੈਰੀਟਿਵਲੀ? ਜਿਹੜਾ ਤੁਸੀਂ ਸਵਾਲ ਕੀਤਾ ਕਿ ਕੈਨੇਡਾ ਕਿੱਥੇ ਖੜ੍ਹਦਾ ਜਾਂ ਪੂਰੇ ਆਪਾਂ ਗਲੋਬਲੀ ਗੱਲ ਕਰੀਏ ਕਿ ਕੀ ਸਿਚੁਏਸ਼ਨ ਹੈ, ਸਿਚੁਏਸ਼ਨ ਥੋੜ੍ਹੀ ਮਾੜੀ ਹੈ ਕਿਉਂਕਿ ਇਕੱਲਾ ਆਪਾਂ ਕਹੀਏ ਕਿ ਸਟਾਰਟ ਆਪਾਂ ਕੀਤਾ ਸੀ ਫਸਲਾਂ ਤੋਂ, ਅਤੇ ਫਸਲਾਂ ਤਾਂ ਚਲੋ ਇਫੈਕਟ ਹੋ ਹੀ ਰਹੀਆਂ ਨੇ ਸਾਰੇ ਥਰੂ ਆਊਟ ਦਾ ਗਲੋਬ, ਆਪਾਂ ਕਹੀਏ ਇਫੈਕਟ ਹੋ ਹੀ ਰਹੀਆਂ ਨੇ, ਪਰ ਉਹ ਤੋਂ ਬਿਨਾਂ ਹੋਰ ਵੀ ਕਈ ਚੀਜ਼ਾਂ ਜਿਵੇਂ ਆਪਾਂ ਕਹੀਏ ਵੈਦਰ ਪੈਟਰਨਸ ਨੇ ਉਹ ਬੜੇ ਚੇਂਜ ਹੋ ਰਹੇ ਨੇ। ਮਤਲਬ ਜਿਸ ਟਾਈਮ 'ਤੇ ਆਪਾਂ ਕਹੀਏ ਕਿ ਗਰਮੀ ਪੈਣੀ ਚਾਹੀਦੀ ਹੈ ਜਾਂ ਮਤਲਬ ਮੀਂਹ ਪੈਣਾ ਚਾਹੀਦਾ, ਉਸ ਟਾਈਮ 'ਤੇ ਕੈਨੇਡਾ ਦੇ ਵਿੱਚ ਸਨੋ ਵਗੈਰਾ ਬਹੁਤ ਜ਼ਿਆਦਾ ਪੈ ਰਹੀ ਹੈ, ਅਤੇ ਜਿਹੜੀ ਸਿਟੀਜ਼ ਦੇ ਵਿੱਚ ਪੈ ਨਹੀਂ ਰਹੀ ਸੀ ਉਸ ਜਗ੍ਹਾ 'ਤੇ ਬਾਕੀ ਸਿਟੀਜ਼ ਨਾਲੋਂ ਜ਼ਿਆਦਾ ਪੈ ਰਹੀ ਹੈ। ਤਾਂ ਗਲੋਬਲੀ ਆਪਾਂ ਜਿਹੜਾ ਗਲੋਬਲ ਵਾਰਮਿੰਗ ਦੀ ਰੇਟ ਹੈ ਉਹਦੇ ਮੁਤਾਬਕ ਜਿਹੜਾ ਕੈਨੇਡਾ ਉਹ ਮੋਰ ਦੈਨ ਟਵਾਈਸ ਗਰਮ ਹੋ ਰਿਹਾ ਹਰ ਸਾਲ, ਮਤਲਬ ਦੁੱਗਣਾ ਗਰਮ ਹੋ ਰਿਹਾ। ਅਤੇ ਜਿਹੜਾ ਕੈਨੇਡੀਅਨ ਆਰਕਟਿਕ ਰੀਜਨ ਹੈ ਜਿਹੜਾ ਮਤਲਬ ਪੂਰੇ ਕੈਨੇਡਾ ਦਾ 40% ਹੈ, ਜਿਹਦੇ ਵਿੱਚ ਨਾਰਥ ਵੈਸਟਰਨ ਟੈਰੀਟਰੀਜ਼ ਆ ਗਈਆਂ, ਯੂਕੋਨ ਆ ਗਿਆ ਅਤੇ ਆਪਣੇ ਨੁਨਾਵਤ ਆ ਗਿਆ, ਅਤੇ ਉਹ ਸਾਰੀਆਂ ਪ੍ਰੋਵਿੰਸਿਸ ਨੇ ਜਿਹੜੀਆਂ ਉਹਨਾਂ ਦੇ ਉੱਪਰ ਬਹੁਤ ਜ਼ਿਆਦਾ ਇਫੈਕਟ ਹੈ, ਅਤੇ ਉਹ 3 ਗੁਣਾ ਕੈਨੇਡਾ ਦੇ ਮੁਤਾਬਕ ਆਪਾਂ ਜਿਵੇਂ ਗੱਲ ਕਰ ਰਹੇ ਸੀ ਵੀ 2 ਗੁਣਾ ਹੋ ਰਿਹਾ, ਤਾਂ ਗਲੋਬਲੀ ਉਹ ਗਲੋਬਲ ਦੇ ਨਾਲੋਂ ਮਤਲਬ ਜਿਹੜਾ ਰੇਟ ਹੈ 3 ਗੁਣਾ ਜ਼ਿਆਦਾ ਗਰਮ ਹੋ ਰਿਹਾ। ਓਕੇ, ਅਤੇ ਤੁਹਾਡਾ ਕਹਿਣ ਦਾ ਭਾਵ ਜੇ ਆਪਾਂ ਸੌਖੀ ਲੈਂਗੁਏਜ ਦੱਸੀਏ, ਜਿਹੜੇ ਕੈਨੇਡਾ ਦੇ ਜਿਹੜੇ ਇਲਾਕੇ ਨੇ ਜਿਹੜੇ ਕਿ ਜਿਹੜੇ ਪੋਲ ਵਾਲੇ ਪਾਸੇ ਨੇ, ਉੱਤਰੀ ਧੁਰ ਵਾਲੇ ਪਾਸੇ ਜਿਹੜੇ ਇਲਾਕੇ ਨੇ ਉਹ 40% ਨੇ, ਅਤੇ ਉੱਥੇ ਜਿਹੜੀ ਕਲਾਈਮੇਟ ਚੇਂਜਿਸ ਹੈ ਜਾਂ ਗਲੋਬਲ ਵਾਰਮਿੰਗ ਆ ਦੁੱਗਣੀ ਤੇ ਵੱਧ ਰਹੀ ਹੈ। ਅਤੇ ਇਹ ਤਾਂ ਵਾਕਈ ਬਹੁਤ ਚਿੰਤਾ ਦਾ ਵਿਸ਼ਾ ਆ ਕਿਉਂਕਿ ਕੈਨੇਡਾ ਜਿਹੜਾ ਆ ਆਲਰੇਡੀ ਇੱਕ ਬਹੁਤ ਹੀ ਸੈਂਸਿਟਿਵ ਜਿਹਨੂੰ ਕਹਿੰਦੇ ਆ ਜ਼ੋਨ ਹੈ। ਉੱਥੇ ਮਾਈਕਰੋ ਕਲਾਈਮੇਟ ਦੀ ਗੱਲ ਹੁੰਦੀ ਆ, ਛੋਟਾ ਜਿੰਨਾ ਵੀ ਜੇ ਉੱਥੇ ਵਾਤਾਵਰਨ 'ਚ ਚੇਂਜ ਆਵੇ ਅਤੇ ਉਹ ਕਾਫੀ ਜ਼ਿਆਦਾ ਪ੍ਰਭਾਵਿਤ ਕਰਦਾ ਉੱਥੋਂ ਦੇ ਇਲਾਕੇ ਨੂੰ, ਕਿਉਂਕਿ ਉਹ ਠੰਡੇ ਮੁਲਕ ਨੇ। ਬਿਲਕੁਲ, ਸਾਨੂੰ ਸ਼ਾਇਦ ਲੱਗਦਾ ਕਿ ਉੱਥੇ ਟੈਂਪਰੇਚਰ ਮਾਈਨਸ ਦੇ ਵਿੱਚ ਬਹੁਤ ਥੱਲੇ ਚਲਾ ਜਾਂਦਾ, 30 ਡਿਗਰੀ 40 ਡਿਗਰੀ, ਬਟ ਅਸਲ 'ਚ ਇਹ ਵੀ ਹੁਣ ਦੇਖਣ ਨੂੰ ਮਿਲਦਾ ਕਿ ਇੰਨੀ ਜ਼ਿਆਦਾ ਠੰਡ ਪੈਣ ਲੱਗ ਗਈ ਹੈ। ਅਸੀਂ ਕੁਛ ਦਿਨਾਂ ਪਹਿਲਾਂ ਦੀ ਖਬਰਾਂ ਸੁਣੀਆਂ ਸੀਗੀਆਂ ਕਿ ਜਦੋਂ ਕ੍ਰਿਸਮਸ ਦੇ ਲਾਗੇ ਛਾਗੇ ਕਿ ਉੱਥੇ ਜ਼ਿਆਦਾ ਜਿਹੜੇ ਆ ਕਿ ਟੋਰਾਂਟੋ ਦੇ ਵਿੱਚ ਤਾਂ ਬਰਫ਼ ਪੈਣ ਦੇ ਟਾਈਮ 'ਤੇ ਉੱਥੇ ਉਹ ਮੀਂਹ ਪੈ ਰਹੇ ਸੀ, ਅਤੇ ਵੈਨਕੂਵਰ 'ਚ ਜਿੱਥੇ ਮੀਂਹ ਪੈਂਦੇ ਨੇ ਉੱਥੇ ਬਰਫ਼ ਪੈ ਰਹੀ ਸੀ। ਅਤੇ ਕੈਲਗਰੀ ਦੇ ਵਿੱਚ ਤਾਂ ਮਤਲਬ ਮੈਂ ਸੁਣਿਆ ਕਿ ਕੁਛ ਮੈਨੂੰ ਲੱਗਦਾ ਕੁਛ ਹਫ਼ਤੇ ਪਹਿਲਾਂ ਵੀ ਸਨੋ ਪੈ ਕੇ ਹਟੀ ਹੈ ਅਤੇ ਪਈ ਜਾ ਰਹੀ ਹੈ ਕੌਂਸਟੈਂਟਲੀ, ਜਦੋਂ ਕਿ ਗਰਮੀਆਂ ਸਾਡੇ ਬਿਲਕੁਲ ਦੁਆਰ 'ਤੇ ਖੜ੍ਹੀਆਂ ਨੇ, ਆ ਕੇ ਦਰਵਾਜ਼ੇ 'ਤੇ ਖੜ੍ਹੀਆਂ ਨੇ। ਅਤੇ ਬਾਕੀ ਗਲੋਬਲ ਵਾਰਮਿੰਗ ਦਾ ਵਰਲਡ ਦੇ ਵਿੱਚ ਵੈਸੇ ਜੇ ਆਪਾਂ ਅੰਕਾਂ ਦੇ ਵਿੱਚ ਦੱਸੀਏ, ਤੁਹਾਨੂੰ ਕੋਈ ਆਈਡੀਆ ਹੈ ਕਿ ਕਿੰਨਾ ਕੁ ਫਰਕ ਪੈਂਦਾ ਹੈ? ਗਲੋਬਲ ਵਾਰਮਿੰਗ ਦਾ ਕਨਸੈਪਟ ਹੈ ਕਿ ਅਸਲ 'ਚ ਜੇ ਆਪਾਂ ਆਮ ਭਾਸ਼ਾ 'ਚ ਦੱਸਣੀ ਹੋਵੇ ਗੱਲ, ਗਲੋਬਲ ਵਾਰਮਿੰਗ ਸਭ ਤੋਂ ਪਹਿਲਾਂ ਤਾਂ ਇਹ ਸਮਝਣਾ ਪਊ ਹੋ ਕਿਉਂ ਰਹੀ ਹੈ, ਕਿਉਂਕਿ ਆਪਾਂ ਫੋਸਲ ਫਿਊਲ ਬਰਨ ਕਰ ਰਹੇ ਹਾਂ, ਅਤੇ ਬਾਕੀ ਹੋਰ ਆਪਣੀਆਂ ਜਿਹੜੀਆਂ ਐਕਟੀਵਿਟੀਜ਼ ਨੇ, ਆਪਣੀ ਡਿਮਾਂਡਸ ਜ਼ਿਆਦਾ ਨੇ, ਜਿਹਦੇ ਕਰਕੇ ਆਪਾਂ ਨੂੰ ਪ੍ਰੋਡਕਸ਼ਨ ਵਧਾਉਣੀ ਪੈ ਰਹੀ ਹੈ। ਕਿ ਗਲੋਬਲ ਵਾਰਮਿੰਗ ਪਹਿਲਾਂ ਤਾਂ ਹੈ ਕੀ ਚੀਜ਼ ਕਿ ਕਿਉਂਕਿ ਜਿਹੜੀਆਂ ਗੈਸਿਸ ਨੇ ਨਿਕਲ ਰਹੀਆਂ ਨੇ ਫੋਸਲ ਫਿਊਲਸ ਦੇ ਵਿੱਚੋਂ, ਇਹਨਾਂ ਨੇ ਐਟਮੋਸਫੀਅਰ ਦੇ ਵਿੱਚ ਟਰੈਪ ਹੋ ਜਾਣਾ, ਅਤੇ ਟਰੈਪ ਹੋ ਕੇ ਉਸ ਤੋਂ ਬਾਅਦ ਜਿਹੜੀ ਸਨ ਰੇਜ਼ ਆ ਰਹੀਆਂ ਨੇ
ਤੇ ਉਹਨਾਂ ਦੀ ਹੀਟ ਨੂੰ ਰੇਡੀਏਸ਼ਨ ਨੂੰ ਇਹ ਖੁਦ ਦੇ ਵਿੱਚ ਕਰ ਲੈਂਦੀਆਂ, ਜਿਹਦੇ ਕਰਕੇ ਗਰਮੀ ਵਧਣੀ ਸਟਾਰਟ ਹੋ ਜਾਂਦੀ ਹੈ। ਕਾਰਬਨ ਡਾਈਆਕਸਾਈਡ ਹੋ ਗਈ, ਬਿਲਕੁਲ ਹੀ। ਕਾਰਬਨ ਡਾਈਆਕਸਾਈਡ ਤਾਂ ਇੱਕ ਚਲੋ ਸ਼ੁਰੂ ਤੋਂ ਹੀ ਹੈਗੀ ਸੀ। ਮੀਥੇਨ ਹੋ ਗਈ। ਮੀਥੇਨ ਪੈਡੀ ਪਲਾਂਟੇਸ਼ਨ ਦੇ ਵਿੱਚ ਬਹੁਤ ਜ਼ਿਆਦਾ ਉਹ ਹੁੰਦੀ ਹੈ, ਝੋਨੇ ਦੀ ਫਸਲ ਤੋਂ ਜਿਹੜੀ ਆ ਕਾਫੀ ਜ਼ਿਆਦਾ ਜਿਹੜੀ ਮੀਥੇਨ, ਬਟ ਸਭ ਤੋਂ ਜ਼ਿਆਦਾ ਦੇ ਵਿੱਚੋਂ ਮੀਥੇਨ ਪ੍ਰੋਡਕਸ਼ਨ ਡੇਰੀ ਫਾਰਮਿੰਗ ਆਪਾਂ ਕਰਦੇ ਹਾਂ ਪੂਰੀ ਦੁਨੀਆ ਦੇ ਵਿੱਚ, ਕਿਉਂਕਿ ਹੁਣ ਸਾਨੂੰ ਦੁੱਧ ਦੀ ਪ੍ਰੋਡਕਸ਼ਨ ਬਹੁਤ ਹੋਈ ਆ ਤੇ ਸ਼ਾਇਦ ਉਹਦੇ ਕਰਕੇ ਲੋਕੀ ਹੁਣ ਅਸੀਂ ਬਹੁਤ ਜ਼ਿਆਦਾ ਗਾਵਾਂ ਮੱਝਾਂ ਰੱਖਣ ਲੱਗ ਗਏ ਆ, ਉਹਦੇ ਕਰਕੇ ਪ੍ਰੋਬਲਮ ਤਾਂ ਆਈ ਆ ਰਹੀ ਹੈ ਉਹਦੇ ਕਰਕੇ। ਬਿਲਕੁਲ ਤਾਂ ਅਲਟੀਮੇਟਲੀ ਇਹ ਕਾਰਨ ਹੈ। ਤੇ ਗਲੋਬਲ ਵਾਰਮਿੰਗ ਨੂੰ ਇਸ ਤਰ੍ਹਾਂ ਸਮਝਿਆ ਜਾ ਸਕਦਾ ਕਿ ਗਲੋਬਲ ਵਾਰਮਿੰਗ ਹੈ ਕਿ ਗਰਮੀ ਜ਼ਿਆਦਾ ਹੋ ਰਹੀ ਹੈ ਥਰੂ ਆਊਟ ਦਾ ਗਲੋਬ, ਤੇ ਇਹ ਹਰ ਸਾਲ ਜਿਹੜੀ ਪ੍ਰੋਡਕਸ਼ਨ ਹੈ ਗੈਸਿਸ ਦੀ ਉਹ ਵੀ ਜ਼ਿਆਦਾ ਹੋ ਰਹੀ ਹੈ, ਜਿਹਦੇ ਕਰਕੇ ਹੀਟ ਟਰੈਪ ਦੀ ਜਿਹੜੀ ਪ੍ਰੋਬਲਮ ਹੈ, ਗ੍ਰੀਨ ਹਾਊਸ ਗੈਸਿਸ ਦਾ ਜਿਹੜਾ ਇਫੈਕਟ ਹੈ ਉਹ ਵੀ ਜ਼ਿਆਦਾ ਹੋ ਰਿਹਾ ਹੈ। ਤੇ ਹਰ ਸਾਲ ਮਤਲਬ 0.18 ਡਿਗਰੀ ਸੈਲਸੀਅਸ ਦੇ ਹਿਸਾਬ ਨਾਲ ਹਰ ਦਹਾਕੇ ਬਾਅਦ ਟੈਂਪਰੇਚਰ ਇਨਕਰੀਜ਼ ਕਰਦਾ ਜਾ ਰਿਹਾ ਹੈ, ਜਿਹੜਾ ਗਲੋਬਲ ਰੇਟ ਆਪਾਂ ਕਹੀਏ। ਓਕੇ, ਤੇ ਮੈਂ ਨਾ ਤੁਹਾਨੂੰ ਇੱਕ ਚੀਜ਼ ਐਡ ਕਰਦਾ ਜਾਵਾਂ ਪੁਆਇੰਟ। ਆਪਾਂ ਚਲੋ ਹੁਣ ਕੈਨੇਡਾ ਦੀ ਗੱਲ ਕੀਤੀ, ਥੋੜ੍ਹੀ ਜਿਹੀ ਗੱਲ ਆਪਾਂ ਇਹਦੇ 'ਚ ਇੰਡੀਆ ਬਾਰੇ ਵੀ ਕਰਦੇ ਹਾਂ। ਹਿੰਦੁਸਤਾਨ ਜਿਹੜਾ ਹੈ ਯਾਦਵਿੰਦਰ, ਉਹ ਵਰਲਡ ਦੇ ਨਾ ਜਿਹਨੂੰ ਕਹਿੰਦੇ ਆ 6 ਮੈਗਾ ਬਾਇਓਡਾਇਵਰਸ ਰਿਚ ਕਹਿੰਦੇ ਨੇ, ਜਿਨ੍ਹਾਂ ਵਿੱਚ ਜੈਵ ਵਿਭਿੰਨਤਾ ਹੁੰਦੀ ਆ ਬਹੁਤ ਜ਼ਿਆਦਾ। ਉਹਦੇ ਵਿੱਚ ਸਾਡੇ ਨਾਲੋਂ ਸਾਡਾ 6ਵਾਂ 7ਵਾਂ 8ਵਾਂ ਨੰਬਰ ਹੈ। ਤੇ ਜਾਂ ਅਸੀਂ ਕੁਝ ਸਾਲ ਪਹਿਲਾਂ ਤਾਂ ਜਿਹੜੀਆਂ 6 ਸਭ ਤੋਂ ਰਿਚ ਕੰਟਰੀਆਂ ਸੀਗੀ ਪੂਰੇ ਵਰਲਡ ਦੇ ਵਿੱਚ, 15 ਨੇ ਟੋਟਲ, ਉਹਦੇ ਵਿੱਚੋਂ 6ਵੇਂ ਨੰਬਰ 'ਤੇ ਅਸੀਂ ਆਉਂਦੇ ਸੀ। ਤੇ ਇਹਦਾ ਮਤਲਬ ਇਹ ਆ ਕਿ ਇੱਥੇ ਬਹੁਤ ਜ਼ਿਆਦਾ ਕੁਦਰਤੀ ਜਿਹੜੀ ਹੈ ਜਿਹਨੂੰ ਵਸਾਵਟ ਹੈ, ਤੇ ਇੱਥੇ ਬੜੇ ਤਰ੍ਹਾਂ ਦੇ ਜਾਨਵਰ ਨੇ, ਜੰਗਲ ਨੇ, ਬਹੁਤ ਤਰ੍ਹਾਂ ਦੇ ਇੱਥੇ ਲੈਂਡਸਕੇਪ ਨੇ। ਰਾਜਸਥਾਨ ਵੀ ਸਾਡੇ ਕੋਲ ਡੈਜ਼ਰਟ ਹੈ, ਹਿਮਾਲਿਆ ਵਰਗਾ ਸਾਡੇ ਕੋਲੇ ਕਹਿ ਲਓ ਕਿ ਸਦਾਬਹਾਰ ਸਨੋ ਵਾਲੇ ਪੀਕਸ ਨੇ, ਜਿਵੇਂ ਤੁਹਾਡੇ ਕੈਨੇਡਾ 'ਚ ਹੁੰਦੀਆਂ ਨੇ, ਜਿਵੇਂ ਤੁਸੀਂ ਕਿਹਾ ਨਾਰਦਰਨ ਸਾਈਡ 'ਤੇ। ਤੇ ਸਿਮਿਲਰ ਸਿਚੁਏਸ਼ਨ ਹੈ ਸਾਡੇ ਕੋਲ ਆਲਮੋਸਟ। ਤੇ ਜਿਵੇਂ ਆਪਾਂ ਉੱਤਰੀ ਅਮਰੀਕਾ ਦੀ ਗੱਲ ਕਰੀਏ, ਪੂਰੀ ਉੱਤਰੀ ਅਮਰੀਕਾ ਦੀ, ਤੇ ਉਹ ਇੱਕ ਤਰ੍ਹਾਂ ਦਾ ਹਿੰਦੁਸਤਾਨ ਦਾ ਹੀ ਇੱਕ ਰੂਪ ਹੈ। ਬਹੁਤ ਸਿਮਿਲੈਰਿਟੀਜ਼ ਉਹਨਾਂ ਦੇ ਵਿੱਚ, ਕਿਉਂਕਿ ਜਿਵੇਂ ਜਿਵੇਂ ਆਪਾਂ ਭੂਮਧ ਰੇਖਾ ਵੱਲ ਜਾਂਦੇ ਹਾਂ ਤੇ ਉਹ ਡੈਜ਼ਰਟੀਫਿਕੇਸ਼ਨ ਹੋਈ ਜਾਂਦਾ। ਮੈਕਸੀਕੋ ਦੇ ਡੈਜ਼ਰਟ ਨੇ, ਹੈ ਨਾ, ਸਾਡੇ ਕੋਲ ਰਾਜਸਥਾਨ ਦੇ ਆ ਉਸੇ ਤਰ੍ਹਾਂ ਪੱਛਮ ਵਾਲੇ ਪਾਸੇ। ਫਿਰ ਆਪਾਂ ਉੱਪਰ ਨੂੰ ਜਾਂਦੇ ਹਾਂ ਤਾਂ ਬਰਫ਼ ਵਾਲੇ ਪਾਸੇ ਆਈ ਜਾਂਦੇ ਨੇ। ਸੇਮ ਸਾਡੇ ਕੋਲ ਉਵੇਂ ਹੀ ਹੈ, ਉਵੇਂ ਬਿਲਕੁਲ ਸੇਮ ਸਾਡੇ ਹਿੰਦੁਸਤਾਨ ਦੇ ਵਿੱਚ ਵੀ ਉਹੀ ਚੀਜ਼ ਹੈ। ਪਰ ਇੱਕ ਗੱਲ ਸ਼ਾਇਦ ਕਿਉਂਕਿ ਮੈਗਾ ਬਾਇਓਡਾਇਵਰਸ ਰਿਚ ਕੰਟਰੀ ਹੋਣ ਦੇ ਕਾਰਨ, ਜਾਂ ਇੱਕ ਬੜੀ ਕਮਾਲ ਦੀ ਗੱਲ ਹੈ ਕਿ ਆਬਾਦੀ ਸਾਡੀ ਬਹੁਤ ਜ਼ਿਆਦਾ ਆ। ਸਾਡੀ ਆਬਾਦੀ ਦੁਨੀਆ ਦੇ ਹੁਣ ਤਾਂ ਅਸੀਂ ਲਾਰਜੈਸਟ ਹੋ ਗਏ ਹਾਂ। ਤੇ ਪਰ ਉਹਦੇ ਨਾਲ ਸਾਡੇ ਕੋਲੇ ਬਹੁਤ ਜ਼ਿਆਦਾ ਬਾਇਓਡਾਇਵਰਸਿਟੀ ਵੀ ਹੈਗੀ ਆ, ਜਾਨਵਰਾਂ ਦਾ ਵੀ ਸਾਡੇ ਕੋਲੇ ਬਹੁਤ ਜ਼ਿਆਦਾ ਭਰਮਾਰ ਹੈ, ਜਿਹਨੂੰ ਆਪਾਂ 6ਵੇਂ ਨੰਬਰ 'ਤੇ ਤਾਂ ਹੀ ਆਉਂਦੇ ਹਾਂ। ਤੇ ਇਹਦੇ ਵਿੱਚ ਤੁਹਾਨੂੰ ਪਤਾ ਵਰਲਡ ਦੀ ਜਿਹੜੀ ਗਲੋਬਲ ਰਾਈਜ਼ ਆ, ਜਿਹੜਾ 1905 ਤੋਂ ਲੈ ਕੇ ਕੈਲਕੂਲੇਟ ਹੋ ਰਿਹਾ, ਉਹ 0.9 ਡਿਗਰੀ ਫੈਰਨਹਾਈਟ ਹੈ ਨਾ। ਤੇ ਇੰਡੀਆ 'ਚ 0.7 ਫੈਰਨਹਾਈਟ ਹੈ। ਮਤਲਬ ਅਸੀਂ ਗਲੋਬਲ ਨਾਲੋਂ ਥੋੜ੍ਹਾ ਜਿਹਾ ਨੰਬਰ ਥੱਲੇ ਹੈ, ਪਰ ਕਿਉਂਕਿ ਸਾਡੀ ਆਬਾਦੀ ਬਹੁਤ ਜ਼ਿਆਦਾ ਆ, ਇਹਦੇ ਕਰਕੇ ਪਰ ਹਾਂ ਬਿਲਕੁਲ। ਤੇ ਸਾਨੂੰ ਪਰ ਕੈਪੀਟਾ ਜਾਂ ਜਿਹਨੂੰ ਕਹੋ ਪਰ ਜਿਹੜਾ ਪ੍ਰਤੀ ਵਿਅਕਤੀ ਜਿਹੜੀ ਹੋਊਗੀ ਨਾ ਗੱਲ, ਸਾਨੂੰ ਇਹਦਾ ਇਫੈਕਟ ਜਿਹੜਾ ਉਹ ਜ਼ਿਆਦਾ ਹੋ ਰਿਹਾ। ਜ਼ਿਆਦਾ ਕਿਵੇਂ ਕਿ ਕਿਉਂਕਿ ਤੇ ਜਿੱਥੇ ਕਲਾਈਮੇਟ ਚੇਂਜ ਦੇ ਹੌਟ ਸਪੌਟ ਬਣ ਗਏ ਇੰਡੀਆ ਦੇ ਵਿੱਚ। ਜਿੱਥੇ ਵਸੋਂ ਹੈਗੀ ਉੱਥੇ ਸੰਘਣੀ ਵਸੋਂ ਹੈ। ਪੰਜਾਬ ਹੋ ਗਿਆ, ਹਰਿਆਣਾ ਹੋ ਗਿਆ, ਦਿੱਲੀ ਵਰਗੇ ਸ਼ਹਿਰ ਹੋ ਗਏ, ਜਾਂ ਵੱਡੇ ਹੋਰ ਸ਼ਹਿਰ ਬੰਗਲੌਰ ਹੋ ਗਿਆ, ਮੁੰਬਈ ਵਰਗੇ ਸ਼ਹਿਰ ਨੇ। ਤੇ ਇਹਨੂੰ ਆਪਾਂ ਨਾ ਦੋ ਤਰੀਕੇ ਨਾਲ ਵੰਡ ਸਕਦੇ ਹਾਂ। ਇੱਕ ਉਹ ਸ਼ਹਿਰ ਜਿਨ੍ਹਾਂ ਦਾ, ਇੱਕ ਉਹ ਵਸੋਂ ਜਿਹਦਾ ਜਿਹੜਾ ਕੰਮ ਹੈ ਸਿਰਫ ਉਹ ਕੁਦਰਤੀ ਸੰਸਾਧਨਾਂ ਦੇ ਉੱਪਰ ਨਿਰਭਰ ਹੈ। ਫੋਰ ਐਗਜ਼ਾਮਪਲ ਖੇਤੀ, ਜਿਵੇਂ ਹਰਿਆਣਾ ਰਾਜਸਥਾਨ ਦੀ ਗੱਲ ਆਪਾਂ ਕੀਤੀ। ਉਸ ਤੋਂ ਬਾਅਦ ਦੂਜੇ ਉਹ ਨੇ ਜਿਨ੍ਹਾਂ ਨੂੰ ਜ਼ਿਆਦਾ ਇਫੈਕਟ ਹੋ ਰਿਹਾ, ਜਿਹੜੇ ਕੋਸਟਲ ਏਰੀਆ ਦੇ ਉੱਪਰ ਨੇ, ਜਿਹੜੇ ਆਪਾਂ ਸਮੁੰਦਰੀ ਇਲਾਕਿਆਂ ਦੇ ਲੋਕ ਰਹਿਣ ਵਾਲੇ ਨੇ। ਹਿੰਦੁਸਤਾਨ ਦੀ ਆਬਾਦੀ ਹੁਣ ਕਰੀਬਨ 1.2 ਬਿਲੀਅਨ ਦੇ ਲਾਗੇ ਛਾਗੇ ਹੋ ਗਈ ਹੈ ਨਾ, ਤੇ 2 ਜਾਂ 3 ਹੋ ਗਿਆ ਤਾਂ ਮਰਦਮਸ਼ੁਮਾਰੀ ਹੋਣੀ ਹੈ ਹਾਲੇ। ਤੇ ਪਰ 1996 ਦਾ ਇੱਕ ਨੰਬਰ ਹੈ ਜੀ, ਉਹਦੇ ਵਿੱਚ ਦੱਸਿਆ ਜਾਂਦਾ ਹੈ ਕਿ 310 ਮਿਲੀਅਨ ਲੋਕ, ਯਾਨੀ ਕਿ ਕੁਝ 31 ਕਰੋੜ ਜਿਹੜੇ ਲੋਕ ਨੇ, ਉਹ ਸਮੁੰਦਰੀ ਇਲਾਕਿਆਂ ਦੇ ਆਲੇ ਦੁਆਲੇ ਜਿਹੜੇ ਵਸਦੇ ਨੇ। ਤੇ ਗਲੋਬਲ ਵਾਰਮਿੰਗ ਜਦੋਂ ਆਈ, ਤੇ ਸੌਰੀ ਮੇਰੇ ਮਾਫ ਕਰਨਾ, ਨੰਬਰ ਹੈ ਕਿ 334 ਕਰੋੜ ਜਿਹੜੇ ਲੋਕ ਨੇ ਉਹ ਆਪਣੇ ਸਮੁੰਦਰਾਂ ਦੇ ਇਲਾਕੇ ਦੇ ਲੱਗ ਛਕੇ ਰਹਿੰਦੇ ਨੇ। ਜਦੋਂ ਗਲੋਬਲ ਵਾਰਮਿੰਗ ਵਧੀ, ਹਿੰਦੁਸਤਾਨ ਦਾ ਜੋ ਟੈਂਪਰੇਚਰ 'ਚ 1 ਡਿਗਰੀ ਫੈਰਨਹਾਈਟ ਦੇ ਹਿਸਾਬ ਨਾਲ ਵਧਣ ਲੱਗ ਗਿਆ, ਜੋ ਕਿ ਇਹਨੂੰ 2050 ਦਾ ਟਾਰਗੇਟ ਹੈ। ਪਰ ਇਹ ਬਹੁਤ ਪਹਿਲਾਂ ਹੀ ਆ ਜਾਣਾ। ਇਹ ਤਾਂ ਸਾਡਾ ਇੱਕ, ਕਿਉਂਕਿ ਆਬਾਦੀ ਜਿਹੜੀ ਹੈ ਉਹ ਬਹੁਤ ਤੇਜ਼ੀ ਨਾਲ ਵਧੀ ਜਾ ਰਹੀ ਹੈ, ਰੁਕ ਨਹੀਂ ਰਹੀ। ਤੇ 2050 ਤੱਕ ਘੱਟੋ ਘੱਟ 31 ਕਰੋੜ ਲੋਕ ਨੇ ਜਿਹੜੇ ਉਹ ਆਪਣੇ ਇਲਾਕਿਆਂ ਤੋਂ ਮਤਲਬ ਵਾਂਝੇ ਹੋ ਜਾਣਗੇ। ਸਮੁੰਦਰ ਇਹਨਾਂ ਸ਼ਹਿਰਾਂ ਨੂੰ, ਹਾਂ ਇਹਨਾਂ ਨੂੰ ਮਾਈਗ੍ਰੇਟ ਕਰਨਾ ਪਊਗਾ।
ਗੋਆ ਦੀ ਪੂਰੀ ਸਟੇਟ ਹੋ ਗਈ, ਹੋਰ ਚੇਨਈ ਹੋ ਗਿਆ, ਜਾਂ ਹੋਰ ਜਿਹੜੇ ਵੀ ਇਲਾਕੇ ਨੇ, ਜਿਹੜੇ ਕੰਨਿਆ ਕੁਮਾਰੀ ਜਿੱਦਾਂ ਕਹਿ ਲਓ, ਇਹ ਸਾਰੇ ਇਲਾਕੇ ਜਿਹੜੇ ਨੇ ਇਹ ਤਾਂ ਡੁੱਬ ਜਾਣਗੇ ਸਮੁੰਦਰ ਦੇ ਵਿੱਚ। ਤੇ ਇਹੀ ਹਾਲ ਮੈਨੂੰ ਲੱਗਦਾ ਕੈਨੇਡਾ ਦੇ ਵੀ ਵਿੱਚ ਹੋਊਗਾ। ਟੋਰਾਂਟੋ ਜਿਹੜਾ ਆ ਪੂਰਾ ਦਾ ਪੂਰਾ ਸਮੁੰਦਰ ਦੇ ਕਿਨਾਰੇ ਆ, ਉੱਥੇ ਵੈਨਕੂਵਰ ਵੀ ਹੈ। ਇਹਦੇ ਰਿਜ਼ਲਟਸ ਦਿਖਣੇ ਸ਼ੁਰੂ ਹੋ ਚੁੱਕੇ ਨੇ, ਹੈ ਨਾ। ਹਾਂਜੀ, ਓਕੇ, ਤੇ ਉਹਦੇ ਬਾਰੇ ਦੱਸੋ ਮਾੜਾ। ਉਹਦੇ ਬਾਰੇ ਇਹੀ ਹੈ ਕਿ ਆਪਾਂ ਕਹੀਏ ਕਿ ਸੀ ਲੈਵਲ ਰਾਈਜ਼ ਕਰ ਰਿਹਾ ਤੇ ਉੱਥੇ ਸੀ ਲੈਵਲ ਰਾਈਜ਼ ਹੋਣ ਦੇ ਨਾਲ ਕੀ ਪ੍ਰੋਬਲਮ ਆ ਰਹੀ ਹੈ, ਜਦੋਂ ਮੀਂਹ ਜ਼ਿਆਦਾ ਆਉਂਦਾ ਤੇ ਕਿਉਂਕਿ ਵੈਨਕੂਵਰ ਨੂੰ ਵੈਸੇ ਵੀ ਰੇਨਕੂਵਰ ਕਹਿੰਦੇ ਨੇ, ਮਤਲਬ ਸਲੈਂਗ ਦੇ ਤੌਰ ਤੇ, ਕਿਉਂਕਿ ਮੀਂਹ ਪੈਂਦਾ ਰਹਿੰਦਾ। ਅੱਛਾ। ਤੇ ਆਲਮੋਸਟ ਅੱਧਾ ਸਾਲ ਮੀਂਹ ਪੈਣਾ ਹੀ ਪੈਣਾ ਤੇ ਹੁਣ ਪ੍ਰੋਬਲਮ ਕੀ ਆ ਰਹੀ ਆ, ਫਲੱਡਿੰਗ ਦੀ ਬਹੁਤ ਪ੍ਰੋਬਲਮ ਆ ਰਹੀ ਆ। ਰੀਸੈਂਟਲੀ ਤੁਸੀਂ ਪਿਛਲੇ ਸਾਲ ਸੁਣੀਆਂ ਹੋਣਗੀਆਂ ਖਬਰਾਂ ਕਿ ਐਬਸਫੋਰਡ ਹੋ ਗਿਆ, ਚਿਲਾਬੈਕ ਹੋ ਗਿਆ, ਟੋਟਲੀ ਮਤਲਬ ਸਮਰਜ ਹੋ ਗਏ ਸੀ ਇੱਕ ਤਰ੍ਹਾਂ, ਤੇ ਕਾਫੀ ਵੱਡੀ ਪ੍ਰੋਬਲਮ ਆਈ। ਉਹ ਇਸੇ ਕਰਕੇ ਆਈ ਕਿ ਅੱਗੇ ਪਾਣੀ ਮੂਵ ਹੋਣ ਨੂੰ ਉਹਨਾਂ ਨੂੰ, ਮਤਲਬ ਉਹਨਾਂ ਦੇ ਕੋਲੇ ਇਨਫਰਾਸਟਰਕਚਰ ਹਜੇ ਹੈ ਨਹੀਂ, ਉਹਦੇ ਉੱਪਰ ਕੰਮ ਕਰ ਰਹੇ ਨੇ ਹੁਣ ਸਿਟੀਜ਼ ਨੇ ਜਿਹੜੀਆਂ, ਤੇ ਫਲੱਡ ਗੇਟਸ ਵਗੈਰਾ ਮੇ ਵੀ ਬਣਾਉਣਗੇ। ਜਿਵੇਂ ਜਿਹੜਾ ਸਾਡਾ ਬੰਬੇ ਸ਼ਹਿਰ ਆ, ਮੁੰਬਈ ਜਿਹਨੂੰ ਕਹਿੰਦੇ ਨੇ, ਉਹ ਵੀ ਸੇਮ ਸਿਚੁਏਸ਼ਨ ਹੈ। ਉੱਦਾਂ ਦਾ ਵੈਨਕੂਵਰ ਫਿਲਮ ਇੰਡਸਟਰੀ ਹੈ ਤੇ ਉੱਥੇ ਵੀ ਉੱਦਾਂ ਦਾ ਹੀ ਹੈ, ਤੇ ਮਹਿੰਗਾ ਸ਼ਹਿਰ ਹੈ ਦੁਨੀਆ ਦਾ। ਨਿਊਯਾਰਕ ਵੀ ਉਸੇ ਕੈਟਾਗਰੀ 'ਚ ਆਉਂਦਾ। ਤੇ ਦੁਨੀਆ ਦੇ ਵੱਡੇ ਸ਼ਹਿਰ ਨੇ ਵੈਨਕੂਵਰ, ਨਿਊਯਾਰਕ, ਸਾਡੇ ਮੁੰਬਈ, ਚੇਨਈ, ਕਲਕੱਤਾ ਹੋ ਗਿਆ। ਇਹ ਸਾਰੇ ਸ਼ਹਿਰ ਜਿਹੜੇ ਨੇ ਸਮੁੰਦਰ ਦੀ ਮਾਰ ਦੇ ਵਿੱਚ ਨੇ, ਜੱਦ ਦੇ ਵਿੱਚ ਨੇ, ਤੇ ਇਹ ਗਲੋਬਲ ਵਾਰਮਿੰਗ ਇਹਨਾਂ ਸ਼ਹਿਰਾਂ ਨੂੰ ਖਤਮ ਕਰ ਹੀ ਦੇਗੀ, ਅੱਜ ਨਹੀਂ ਤਾਂ ਕੱਲ, ਜੋ ਹਾਲਾਤ ਚੱਲ ਰਹੇ ਨੇ। ਦੂਜੀ ਜਿਹੜੀ ਮੈਂ ਗੱਲ ਕਰ ਰਿਹਾ ਸੀਗਾ ਕਿ ਦੂਜੀ ਜਿਹੜੀ ਵਸੋਂ ਹੈ, ਜਿਹੜਾ ਦਾ ਕੁਦਰਤੀ ਸੰਸਾਧਨਾਂ ਦੇ ਨਾਲ ਰਾਹ ਵਾਸਤਾ ਆ, ਉਹ ਨੇ ਜਿਹੜੇ ਖੇਤੀ ਪ੍ਰਧਾਨ ਦੇ ਪ੍ਰਾਂਤ ਨੇ, ਸੂਬੇ ਨੇ ਪੰਜਾਬ ਦੇ, ਤੇ ਉਹਨਾਂ ਦੇ ਉੱਪਰ ਵੀ ਗਲੋਬਲ ਵਾਰਮਿੰਗ ਦਾ ਫਰਕ ਪੈ ਰਿਹਾ, ਅਸਰ ਪੈ ਰਿਹਾ। ਹੁਣ ਜਿਵੇਂ ਗੜੇਮਾਰੀ ਹੋ ਰਹੀ ਹੈ, ਆਪਾਂ ਟੈਂਪਰੇਚਰ ਚੇਂਜ ਹੋ ਰਿਹਾ। ਝੋਨੇ ਦੀ ਆਪਾਂ ਗੱਲ ਕੀਤੀ, ਇੱਕ ਕਾਰਨ ਇਹਦਾ ਵੀ ਜਿਹਦੇ ਝੋਨੇ ਦੇ ਫਸਲ ਕਰਕੇ ਸਾਨੂੰ ਪੰਜਾਬ ਵਿੱਚ ਝੋਨੇ ਦਾ ਕਹਿੰਦੇ ਉਹਨੂੰ ਰਾਈਸ ਬਾਉਲ ਕਹਿ ਦਿੰਦੇ ਨੇ ਜੀ, ਪੂਰੇ ਦੇਸ਼ ਦਾ ਇੱਥੋਂ ਝੋਨਾ ਬਹੁਤ ਹੋ ਰਿਹਾ। ਝੋਨਾ ਹੋਰ ਪ੍ਰਾਂਤਾਂ 'ਚ ਵੀ ਬਹੁਤ ਹੁੰਦਾ, ਪਰ ਉੱਥੇ ਬਾਸਮਤੀ ਕਰਕੇ, ਮਹਿੰਗੀ ਕ੍ਰੌਪ ਜਿਹਨੂੰ ਕਹਿੰਦੇ ਨੇ, ਕੈਸ਼ ਕ੍ਰੌਪ, ਉਹਦੇ ਕਰਕੇ ਪੰਜਾਬ 'ਚ ਝੋਨੇ ਦਾ ਬੜਾ ਜ਼ਿਆਦਾ ਰਕਬਾ ਜਿਹੜਾ ਹੈ ਝੋਨੇ ਦੇ ਅੰਦਰ ਹੈ। ਤੇ ਦੂਸਰਾ, ਸਾਨੂੰ ਸ਼ਾਇਦ ਝੋਨਾ ਛੱਡਣਾ ਪੈਣਾ, ਕਿਉਂਕਿ ਗਲੋਬਲ ਵਾਰਮਿੰਗ, ਝੋਨਾ ਇਕੱਲਾ ਨਾ ਸਿਰਫ ਸਾਡੇ ਪਾਣੀ ਦਾ ਘਾਣ ਕਰਦਾ, 1 ਕਿਲੋ ਝੋਨਾ ਉਗਾਉਣ ਲਈ ਅਸੀਂ ਹਜ਼ਾਰਾਂ ਲੀਟਰ ਪਾਣੀ ਜਿਹੜਾ ਹੈ ਉਹ ਸਾਨੂੰ ਯੂਟਿਲਾਈਜ਼ ਕਰਨਾ ਪੈਂਦਾ, ਪਾਣੀ ਖੜਾ ਰੱਖਣਾ ਪੈਂਦਾ। ਇਹ ਕੋਈ ਸਮਝਦਾਰੀ ਗੱਲ ਨਹੀਂ। ਝੋਨੇ ਜਿਹੜਾ ਬਾਸਮਤੀ, ਉਹਦੀ ਵੱਧ ਤੋਂ ਵੱਧ ਕੀਮਤ ਕਿੰਨੀ ਹੈ? 150 ਰੁਪਇਆ, ਤੇ ਅਸੀਂ ਹਜ਼ਾਰਾਂ ਲੀਟਰ, ਸੈਂਕੜੇ ਲੀਟਰ ਪਾਣੀ ਜਿਹੜਾ 1 ਕਿਲੋ ਝੋਨਾ ਉਗਾਉਣ ਲਈ ਵਰਤ ਦਿੰਦੇ ਹਾਂ, ਉਹ ਬਹੁਮੁੱਲ ਹੈ। ਉਹ ਸਾਨੂੰ ਕੁਝ ਸਾਲਾਂ ਬਾਅਦ, ਮੇਰੇ ਖਿਆਲ ਦਾ 5-7 ਸਾਲਾਂ ਬਾਅਦ ਸਾਨੂੰ ਪਾਣੀ, ਹੁਣ ਸਾਨੂੰ 20 ਰੁਪਏ ਦੀ ਬੋਤਲ ਜਿਹੜੀ ਹੈ ਮੁੱਲ ਲੈਣੀ ਪੈਂਦੀ ਹੈ, ਤੇ ਉਹ 1000 ਲੀਟਰ ਪਾਣੀ ਅਸੀਂ ਅਜਾਈਂ ਬਰਬਾਦ ਕਰ ਦਿੰਦੇ ਹਾਂ। ਇਹ ਬਹੁਤ ਹੀ ਘਾਟੇ ਦਾ ਸੌਦਾ ਹੈ ਪੰਜਾਬ ਲਈ। ਇਹਦੀ ਸ਼ਾਇਦ ਸਾਨੂੰ ਜਿੰਨੀ ਛੇਤੀ ਸਮਝ ਅੱਜ ਉਨੀ ਵਧੀਆ। ਦੂਜਾ, ਯਾਦ ਨਾਲ ਤੁਸੀਂ ਪੁਆਇੰਟ ਦੱਸਿਆ ਸੀਗਾ ਕਿ ਗਲੋਬਲ ਵਾਰਮਿੰਗ 'ਚ ਜਿਹੜੀ CO2 ਤੇ ਮਿਥੇਨ ਬਣਦੀ ਆ, ਝੋਨੇ 'ਚ ਜਦੋਂ ਪਾਣੀ ਖੜਦਾ ਉਹਦੇ ਵਿੱਚ ਡੀਕੰਪੋਜੀਸ਼ਨ ਹੁੰਦੀ ਆ ਜੀ, ਉਹਦੀ ਆਰਗੈਨਿਕ ਮੈਟਰ ਦੀ, ਤੇ ਉਹ ਡੀਕੰਪੋਜੀਸ਼ਨ ਹੋਣ ਨਾਲ ਜਿਹੜਾ ਆ CO2 ਜਿਹੜੀ ਆ, ਮਿਥੇਨ ਜਿਹੜੀ ਆ, ਉਹ ਪ੍ਰੋਡਿਊਸ ਹੁੰਦੀ ਆ। ਉਹ ਮਿਥੇਨ ਪ੍ਰੋਡਿਊਸ ਹੋਣ ਨਾਲ ਜਿਹੜਾ ਗਲੋਬਲ ਵਾਰਮਿੰਗ ਆ ਉਹ ਵੱਧਦੀ ਆ। ਉਹਦਾ ਨਤੀਜਾ ਹੁਣ ਸਾਨੂੰ ਕਣਕ ਦੀ ਫਸਲ ਦੇ ਵੇਲੇ ਦੇਖਣ ਨੂੰ ਮਿਲ ਰਿਹਾ ਕਿ ਗੜੇਮਾਰੀ ਹੋ ਰਹੀ ਆ। ਜਿਹੜਾ ਇਹ 'ਚ ਨਾਲ ਇੱਕ ਪੁਆਇੰਟ ਐਡ ਹੁੰਦਾ, ਜਦੋਂ ਅਸੀਂ ਝੋਨਾ ਵੱਢ ਲੈਂਦੇ ਹਾਂ, ਉਸ ਤੋਂ ਬਾਅਦ ਅਸੀਂ ਉਹਦੇ ਸਟਬਲ ਬਰਨਿੰਗ ਕਰਦੇ ਹਾਂ, ਉਹਦੇ ਨਾੜ ਨੂੰ ਅੱਗ ਲਾ ਦਿੰਦੇ ਹਾਂ। ਉਹ ਜਿਹੜਾ ਰੈਜ਼ੀਡਿਊਲ ਜਿਹੜਾ ਬਣਦਾ, ਉਹ ਜਦੋਂ ਆਸਮਾਨ 'ਚ ਜਾ ਕੇ ਰੁਕਦਾ, ਤੇ ਉਹਦੇ ਆਲੇ ਦੁਆਲੇ ਜਿਹੜੇ ਬੱਦਲ ਨੇ, ਜਿਹੜੇ ਉੱਪਰ ਜਿਹੜੀ ਭਾਫ ਹੈ, ਜਿਹੜੇ ਬੱਦਲ ਬਣੇ ਹੋਏ ਨੇ, ਰੇਨ ਵਾਟਰ ਡ੍ਰੌਪ ਜਿਹਨੂੰ ਕਹਿੰਦੇ ਆ, ਉਹ ਉਸ ਕਤਰੇ ਨਾਲ, ਉਸ ਮਿੱਟੀ ਦੇ ਧੂੜ ਦੇ ਕਣ ਦੇ ਨਾਲ, ਜਾਂ ਉਸ ਕਾਰਬਨ ਦੇ ਕਣ ਦੇ ਨਾਲ ਜੁੜ ਕੇ ਉਹ ਇੱਕ ਸੋਲਿਡ, ਕਹਿੰਦੇ ਨਾ, ਇੱਕ ਮੈਟਰ ਬਣਾਉਂਦੇ, ਜਿਹਨੂੰ ਆਪਾਂ ਗੜਾ ਕਹਿ ਦਿੰਦੇ ਹਾਂ। ਤੇ ਉਹ ਫਿਰ ਉਸ ਫਾਰਮ 'ਚ ਗਿਰਦਾ। ਧਰਤੀ ਦੇ ਉੱਪਰ ਜਿੰਨੇ ਜ਼ਿਆਦਾ ਇਹੋ ਜਿਹੇ ਕਹਿ ਲਾ ਕਿ ਜਿਹੜੀ ਡਸਟ ਪੋਲਿਊਸ਼ਨ ਹੋਊਗਾ ਸਾਡੇ ਆਲੇ ਦੁਆਲੇ, ਜਿੰਨਾ ਉੱਪਰ ਆਸਮਾਨ ਦੇ ਵਿੱਚ, ਉਨੇ ਜ਼ਿਆਦਾ ਚਾਂਸਿਸ ਨੇ ਕਿ ਗੜੇਮਾਰੀ ਹੋ ਸਕਦੀ ਹੈ। ਕੁੱਲ ਮਿਲਾ ਕੇ ਜਿਹੜੀ ਝੋਨੇ ਦੀ ਫਸਲ ਹੈ, ਉਹ ਪੰਜਾਬ ਤੇ ਹਰਿਆਣੇ ਦੇ ਲਈ ਇੱਕ ਆਤਮਘਾਤੀ ਕਹਿ ਲਓ ਕਿ ਫਸਲ ਹੈ। ਤੇ ਪੰਜਾਬ ਦਾ ਜਿਹੜਾ ਵੈਰੀ ਗ੍ਰੀਨ, ਇਹ ਕਿਸੇ ਹੋਰ ਪੋਡਕਾਸਟ 'ਚ ਵੀ ਗੱਲ ਕਰਾਂਗੇ, ਜਿਹੜਾ ਪੰਜਾਬ ਦਾ ਗ੍ਰੀਨ ਰੈਵੋਲੂਸ਼ਨ ਹੈ ਜੀ, ਸ਼ੁਰੂ ਹੋਇਆ 60 ਦੇ ਦਹਾਕੇ 'ਚੋਂ, ਉਹ ਆਪਣੀ ਚਰਮ ਸੀਮਾ 'ਤੇ ਆ ਗਿਆ ਹੋਇਆ। ਇਸ ਤੋਂ ਵੱਧ ਇੱਥੇ ਰੈਵੋਲੂਸ਼ਨ ਨਹੀਂ ਹੋ ਸਕਦਾ। ਤੁਸੀਂ ਪੰਜਾਬ ਦੇ ਵਿੱਚੋਂ ਅਨਾਜ ਨਹੀਂ ਕੱਢ ਸਕਦੇ ਹੋਰ, ਮੈਨੂੰ ਲੱਗਦਾ, ਕਿਸੇ ਵੀ ਚੰਗੇ ਤਰੀਕੇ ਨਾਲ, ਜਿਹਦੇ 'ਚ ਪੰਜਾਬ ਦਾ ਘਾਣ ਨਾ ਹੋਵੇ। ਤੇ ਪੰਜਾਬ ਨੂੰ ਲੱਗਦਾ ਹੈ, ਪੰਜਾਬ ਤੇ ਹਰਿਆਣਾ ਦੋਨੋਂ ਦੀ ਗੱਲ ਕਰ ਰਿਹਾ ਮੈਂ, ਇਹਨਾਂ ਨੂੰ ਆਪਦੇ ਸਿੱਧੇ ਰਸਤੇ ਪੈਣਾ ਚਾਹੀਦਾ, ਤੇ ਕੁਝ ਐਸੀਆਂ ਕ੍ਰੌਪਸ ਦੇ ਬਾਰੇ ਦੇਖਣ ਜਾਂ ਸਮਝਣ ਜਿਹੜੀ ਇਹਨਾਂ ਨੂੰ ਮੁਨਾਫਾ ਵੀ ਦੇਵੇ, ਪਰ ਨਾਲ ਦੇ ਨਾਲ ਤੁਹਾਡੀ ਜਿਹੜੀ ਇੱਥੋਂ ਦੀ ਧਰਤੀ ਹੈ ਉਹ ਫਿਕਸ ਕਰੇ। ਇਹਦੇ ਬਾਰੇ ਸਰਕਾਰਾਂ ਨੂੰ ਵੀ ਚਾਹੀਦਾ ਸੋਚਣ ਦੀ ਲੋੜ ਹੈ। ਪੰਜਾਬ ਐਗਰੀਕਲਚਰ ਯੂਨੀਵਰਸਿਟੀ ਹੈ, ਉਹਨੂੰ ਵੀ ਸੋਚਣ ਦੀ ਲੋੜ ਹੈ, ਤੇ ਹੋਰ ਜਿਹੜੇ ਕ੍ਰਿਸ਼ੀ ਵਿਗਿਆਨੀ ਨੇ, ਜਿਹੜੇ ਦਾਰਸ਼ਨਿਕ ਲੋਕ ਨੇ, ਉਹਨਾਂ ਨੂੰ ਇਹਦੇ ਬਾਰੇ ਕਾਫੀ ਜ਼ਿਆਦਾ ਘੋਖ ਪੜਤਾਲ ਜਿਹੜੀ ਹੈ ਕਰਨ ਦੀ ਲੋੜ ਹੈ।
ਤੇ ਮੈਨੂੰ ਪੱਕਾ ਯਕੀਨ ਹੈ ਕਿ ਇੱਥੇ ਬਹੁਤ ਸਾਰੀਆਂ ਕ੍ਰੌਪਸ ਨੇ ਜਿਹੜੀਆਂ ਆਲਰੇਡੀ ਅਵੇਲੇਬਲ ਹੋਣਗੀਆਂ। ਇਹ ਤਾਂ ਗੱਲ ਹੋਈ ਇੰਡੀਆ ਦੀ ਤਾਂ ਜਾਂ ਪੰਜਾਬ ਹਰਿਆਣਾ ਦੀ, ਨਾਰਥ ਇੰਡੀਆ ਦੀ। ਹੁਣ ਆਪਾਂ ਗੱਲ ਕਰਦੇ ਹਾਂ ਜੀ ਕੈਨੇਡਾ ਦੇ ਵਿੱਚ ਕ੍ਰੌਪਿੰਗ ਦੇ ਉੱਪਰ ਜਾਂ ਐਗਰੀਕਲਚਰ ਜਾਂ ਫਾਰਮਿੰਗ ਦੇ ਉੱਪਰ ਗਲੋਬਲ ਵਾਰਮਿੰਗ ਦਾ ਕੀ ਇਫੈਕਟ ਪੈ ਰਿਹਾ? ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ ਗਲੋਬਲ ਵਾਰਮਿੰਗ ਹੈ ਜਿਹੜੀ ਇਕੱਲੀ ਆਪਾਂ ਪੰਜਾਬ ਦੀ ਨਹੀਂ ਕਹਿ ਸਕਦੇ, ਪੂਰੇ ਥਰੂ ਆਊਟ ਦਾ ਗਲੋਬ ਅਫੈਕਟ ਕਰ ਰਹੀ ਹੈ। ਅਤੇ ਰੀਸੈਂਟਲੀ ਕੀ ਹੋਇਆ ਸੀ ਪਿਛਲੇ ਸਾਲ, ਜਦੋਂ ਬਲੂਬੇਰੀ ਅਤੇ ਆਪਾਂ ਰੈਸਬੇਰੀ ਕਹਿ ਦਈਏ, ਉੱਥੇ ਮਤਲਬ ਹੀਟ ਦੇ ਨਾਲ ਇੰਨੀ ਜ਼ਿਆਦਾ ਪ੍ਰੋਬਲਮ ਆਈ ਕਿ ਉਹ ਪ੍ਰੋਪਰਲੀ ਮਤਲਬ ਪੱਕ ਹੀ ਨਹੀਂ ਸਕੀ ਫਸਲ ਸੀ ਜਿਹੜੀ, ਅਤੇ ਉਹਦੇ ਨਾਲ ਕਾਫੀ ਜ਼ਿਆਦਾ ਮਤਲਬ ਫਾਰਮਰਸ ਨੂੰ ਨੁਕਸਾਨ ਹੋਇਆ। ਅਤੇ ਉਸ ਤੋਂ ਬਾਅਦ ਫਿਰ ਕੀ ਹੋਇਆ ਕਿ ਫਲੱਡਿੰਗ ਦਾ ਟਾਈਮ ਆਇਆ ਅਤੇ ਰੇਨ ਜ਼ਿਆਦਾ ਪਈ, ਉਹਦੇ ਕਰਕੇ ਮਤਲਬ ਫਲੱਡਿੰਗ ਹੋਈ ਅਤੇ ਬਹੁਤੇ ਜਿਹੜੇ ਕਿਸਾਨ ਸੀ ਉਹਨਾਂ ਦੇ ਜਿਹੜੇ ਫਾਰਮ ਸੀ ਜਿਹੜੇ ਉਹ ਸਾਰੇ ਦੇ ਸਾਰੇ ਪਾਣੀ ਦੇ ਵਿੱਚ, ਮਤਲਬ ਕਈ ਫੁੱਟ ਪਾਣੀ ਖੜਾ ਸੀ ਅਤੇ ਬੂਟੇ ਬਿਲਕੁਲ ਨੀਚੇ ਸੀ, ਤਾਂ ਉਹਨਾਂ ਨੂੰ ਸਾਰੀ ਫਸਲ ਦੁਬਾਰਾ ਪੱਟ ਕੇ ਦੁਬਾਰਾ ਗਰੋ ਕਰਨੀ ਪਈ। ਅਤੇ ਆਪਾਂ ਕਹਿ ਦਈਏ ਕਿ 3-4 ਸਾਲ ਪਿੱਛੇ ਫਾਰਮਰ ਚਲੇ ਗਏ। ਅਤੇ ਚਲੋ ਸਰਕਾਰਾਂ ਉੱਥੇ ਹੈਗੀਆਂ ਨੇ, ਹੱਥ ਫੜਦੀਆਂ ਨੇ, ਪਰ ਅਲਟੀਮੇਟਲੀ ਮਤਲਬ ਤੁਹਾਨੂੰ ਪੇ ਤਾਂ ਖੁਦ ਹੀ ਕਰਨਾ ਪੈ ਰਿਹਾ। ਉਹ ਗਲੋਬਲ ਵਾਰਮਿੰਗ ਅਤੇ ਕਲਾਈਮੇਟ ਚੇਂਜ ਉਹ ਰਿਐਲਿਟੀ ਹੈ, ਉਹ ਸੱਚ ਹੈ, ਇੱਕ ਕੌੜਾ ਸੱਚ ਹੈ। ਇਹ ਸੱਚ ਜਿਹੜਾ ਆ ਉਹ ਸਾਨੂੰ ਝੇਲਣਾ ਹੀ ਪੈਣਾ, ਸਾਨੂੰ ਸਾਹਮਣਾ ਕਰਨਾ ਹੀ ਪੈਣਾ। ਇਹ ਸਾਡਾ ਹੀ ਪੈਦਾ ਕੀਤਾ ਹੋਇਆ ਇੱਕ, ਜਿਹਨੂੰ ਕਹਿੰਦੇ ਆ ਇੱਕ ਉਹ ਹੈ, ਸ਼ੈਤਾਨ ਹੈ ਬਿਲਕੁਲ, ਅਤੇ ਰਾਖਸ਼ ਹੈ, ਜਿਹਦਾ ਮੁਕਾਬਲਾ ਅਸੀਂ ਆਪ ਹੀ ਕਰ ਰਹੇ ਹਾਂ। ਅਤੇ ਫਿਰ ਮੇਰੀ ਮੁੱਕਦੀ ਗੱਲ ਉਹ ਕਿ ਦੋਨਾਂ ਕੰਟਰੀਜ਼ ਦੇ ਜਿਹੜੀ ਗੱਲ ਕਰੀਏ, ਮੈਂ USA ਦੀ ਗੱਲ ਨਹੀਂ ਕਰ ਰਿਹਾ, ਆਪਾਂ ਸਿਰਫ ਕੈਨੇਡਾ ਦੀ ਗੱਲ ਕਰੀਏ ਤਾਂ ਉਹ ਮੁਲਕ ਜਿਹੜਾ ਆ ਉਹ ਵੀ ਬਹੁਤ ਹੀ ਤਰ੍ਹਾਂ ਦੇ ਭਾਂਤ ਦੇ ਲੋਕਾਂ ਨੇ ਜਾ ਕੇ ਵਸਾਇਆ। ਉੱਥੋਂ ਦਾ ਜਿਹੜਾ ਕਲਾਈਮੇਟ ਹੈ ਉਹ ਕਾਫੀ ਹਾਰਸ਼ ਹੈ, ਕਾਫੀ ਜ਼ਿਆਦਾ ਉੱਥੇ ਔਖਾਈਆਂ ਨੇ ਉਹਨੂੰ ਵਸਾਉਣ ਦੇ ਵਿੱਚ। ਉੱਥੇ ਜਿਹੜੀਆਂ ਰਹਿਣ ਸਹਿਣ ਆ ਬਹੁਤ ਔਖਾ ਆ ਬਾਕੀ ਦੇਸ਼ਾਂ ਨਾਲੋਂ ਜੇ ਕੰਪੇਅਰ ਕਰੀਏ, ਅਤੇ ਇਸ ਕਰਕੇ ਉੱਥੇ ਕਲਾਈਮੇਟ ਚੇਂਜ ਦਾ ਪ੍ਰਭਾਵ ਵੀ ਜ਼ਿਆਦਾ ਆ। ਬਿਲਕੁਲ, ਆਬਾਦੀ ਭਲਾ ਹੀ ਉੱਥੋਂ ਦੀ ਘੱਟ ਹੈ, ਪਰ ਕਿਉਂਕਿ ਉੱਥੋਂ ਦਾ ਕਲਾਈਮੇਟ ਕਾਫੀ ਜ਼ਿਆਦਾ ਹਾਰਸ਼ ਹੋਣ ਕਰਕੇ ਉੱਥੇ ਥੋੜ੍ਹੇ ਬਹੁਤ ਚੇਂਜਸ ਵੀ ਜਿਹੜੇ ਨੇ ਉਹ ਵੱਡੇ ਵਿਕਰਾਲ ਰੂਪ ਦੇ ਵਿੱਚ ਤਬਾਹੀ ਲੈ ਕੇ ਆਉਂਦੇ ਨੇ। ਠੀਕ ਕਹਿ ਰਹੇ ਜੀ? ਸਹੀ ਗੱਲ ਹੈ। ਅਤੇ ਉਸੇ ਤਰੀਕੇ ਨਾਲ ਹਿੰਦੁਸਤਾਨ ਦੇ ਵਿੱਚ ਚਾਹੇ ਗਲੋਬਲ ਵਾਰਮਿੰਗ ਦੁਨੀਆ ਨਾਲੋਂ ਥੋੜ੍ਹੀ ਜਿਹੀ ਘੱਟ ਹੋ ਰਹੀ ਹੈ, 0.2 ਦੀ ਗੱਲ ਕਰ ਰਿਹਾ ਮੈਂ, ਇੱਕ ਬਹੁਤ ਵੱਡਾ ਡਿਫਰੈਂਸ ਨਹੀਂ ਹੈ, ਪਰ ਸਾਡੀ ਜਿਹੜੀ ਆਬਾਦੀ ਦੀ ਜਿਹੜੀ ਘਣਤਾ ਆ ਉਹਦੇ ਕਰਕੇ ਅਤੇ ਸਾਡੇ 'ਤੇ ਜ਼ਿਆਦਾ ਇਫੈਕਟ ਪੈ ਰਿਹਾ। ਉਹਦੇ 'ਚ ਜੋੜਵੀਂ ਗੱਲ ਇੱਕ ਇਹ ਵੀ ਹੈ ਕਿ ਸਾਡੀਆਂ ਜਿਹੜੀਆਂ ਬਹੁਤੀਆਂ ਕਹਿ ਲਓ ਕਿ 50% ਜਿਹੜਾ ਹਿੰਦੁਸਤਾਨ ਦੀ ਆਬਾਦੀ ਹੈ ਉਹ ਖੇਤੀਬਾੜੀ 'ਤੇ ਉਹ ਕਰਦੀ ਹੈ, ਨਿਰਭਰ ਹੈ। ਅਤੇ ਜਿਹੜੀਆਂ ਬਾਕੀ ਰਹਿੰਦੀਆਂ ਖੁੰਦੀਆਂ ਨੇ ਉਹ ਵੀ, ਉਹਨਾਂ ਵਿੱਚੋਂ ਵੀ ਬਹੁਤਿਆਂ ਦਾ ਜਿਹੜਾ ਕਿੱਤਾ ਹੈ ਉਹ ਖੇਤੀਬਾੜੀ ਤੋਂ ਹੀ ਸੰਚਾਲਿਤ ਕਿਸੇ ਹੋਰ ਕਿੱਤੇ ਦੇ ਨਾਲ ਇੰਡਾਇਰੈਕਟਲੀ ਇਨਵੋਲਵਡ ਨੇ। ਅਤੇ ਸਾਡੇ ਸਾਰਿਆਂ 'ਤੇ ਗਲੋਬਲ ਵਾਰਮਿੰਗ ਦਾ ਪ੍ਰਭਾਵ ਪੈਣਾ ਮਤਲਬ ਉਹ ਪੈਣਾ ਹੀ ਪੈਣਾ, ਅਸੀਂ ਇਹਨੂੰ ਟਾਲ ਨਹੀਂ ਸਕਦੇ। ਸਾਨੂੰ ਇਹਦੇ ਸੋਲਿਊਸ਼ਨ ਲੱਭਣੇ ਪੈਣਗੇ, ਆਪਦੇ ਗੱਡੀਆਂ ਮੋਟਰ ਕਾਰਾਂ ਦੇ ਉੱਪਰ ਥੋੜ੍ਹੀ ਜਿਹੀ ਲਗਾਮ ਰੱਖਣੀ ਪੈਣੀ ਹੈ। ਸਾਨੂੰ ਐਸੀਆਂ ਫਸਲਾਂ ਦੇ ਬਾਰੇ ਸੋਚਣਾ ਚਾਹੀਦਾ ਜਿਹੜੀਆਂ ਸਾਨੂੰ ਖਾਸ ਤੌਰ 'ਤੇ ਚੌਲਾਂ ਦਾ, ਝੋਨੇ ਦਾ, ਸਾਨੂੰ ਕੋਈ ਅਲਟਰਨੇਟਿਵ ਫੂਡ ਲੱਭਣਾ ਪੈਣਾ। ਇਹ ਬਹੁਤ ਜ਼ਰੂਰੀ ਹੈ। ਝੋਨੇ ਦੀ ਜਾਂ ਕਹਿ ਲਓ ਕਿ ਰਾਈਸ ਦੀ ਮੇਰੇ ਖਿਆਲ ਨਾਲ ਨਿਊਟ੍ਰੀਸ਼ਨ ਵੈਲਿਊ ਵੀ ਕੋਈ ਬਹੁਤ ਜ਼ਿਆਦਾ ਨਹੀਂ ਹੁੰਦੀ ਬਾਕੀ ਕੰਪੇਅਰਟਿਵਲੀ ਅਲੱਗ ਫੂਡ ਦੇ ਨਾਲੋਂ। ਸਾਨੂੰ ਆਪਣੇ ਟੇਸਟ 'ਚ ਥੋੜ੍ਹਾ ਜਿਹਾ ਕਿਤੇ ਨਾ ਕਿਤੇ ਸੁਧਾਰ ਲਿਆਉਣਾ ਪੈਣਾ, ਜਾਂ ਅਸੀਂ ਇਸ ਤਰ੍ਹਾਂ ਹੀ ਚੱਲਦੇ ਰਹੀਏ ਅਤੇ ਅਗਲੇ 2 ਦਹਾਕਿਆਂ ਵਿੱਚ ਨਿਸ਼ਚਿਤ ਤੌਰ 'ਤੇ ਹਿੰਦੁਸਤਾਨ ਦੀ 80% ਜਿਹੜੀ ਆਬਾਦੀ ਹੈ ਉਹ ਇਸ ਸੰਕਟ ਨੂੰ ਫੇਸ ਟੂ ਫੇਸ ਝੇਲ ਰਹੀ ਹੋਵੇਗੀ। ਅਤੇ ਸਾਨੂੰ ਇੱਕ ਕਰੋਨਾ ਵਰਗੀ ਛੋਟੀ ਜਿਹੀ ਮਹਾਂਮਾਰੀ ਨੇ ਦਿਖਾਤਾ ਕਿ ਅਸੀਂ ਕਿੱਥੇ ਜੀ ਸਟੈਂਡ ਕਰਦੇ ਹਾਂ। ਸਹੀ ਗੱਲ ਹੈ। ਜਦੋਂ ਕਿ ਵੱਡੀ ਗਲੋਬਲ ਐਪੀਡੈਮੀ ਜਾਂ ਮਹਾਂਮਾਰੀ ਆਏਗੀ, ਮਨੁੱਖੀ ਜਾਤ ਜਿਹੜੀ ਹੈ ਉਹਦੇ ਸਾਹਮਣੇ ਮੈਨੂੰ ਲੱਗਦਾ ਮੱਥਾ ਲਾਉਣ ਦੇ ਬਿਲਕੁਲ ਵੀ ਕਾਬਿਲ ਨਹੀਂ ਹੈਗੀ। ਅਸੀਂ ਬਹੁਤ ਜ਼ਿਆਦਾ ਇੱਕ ਨਿਮਾਣੀ ਜੀ ਜੀਵ ਹੈ ਜੋ ਸਾਨੂੰ ਕੁਦਰਤ ਨੇ ਪ੍ਰਦਾਨ ਦਿੱਤੇ ਨੇ, ਅਤੇ ਅਸੀਂ ਉਹਨਾਂ ਨੂੰ ਚੰਗੇ ਤਰੀਕੇ ਨਾਲ ਵਰਤੀਏ। ਕੀ ਕਹਿਣਾ ਚਾਹੋਗੇ ਲਾਸਟ 'ਚ? ਇਹੀ ਕਹਿਣਾ ਚਾਹੂੰਗਾ ਕਿ ਗਲੋਬਲ ਵਾਰਮਿੰਗ ਹੈ ਜਿਹੜੀ ਇਹ ਆਪਾਂ ਇੰਗਲਿਸ਼ ਵਰਡ ਹੈ ਕਿ ਇਨਐਵਿਟੇਬਲ ਹੈ, ਹੋਣੀ ਹੈ, ਅਤੇ ਆਪਾਂ ਇਹ ਤੋਂ ਰੁਕ ਨਹੀਂ ਸਕਦੇ, ਮੁਨਕਰ ਨਹੀਂ ਹੋ ਸਕਦੇ, ਇਹ ਹੋ ਕੀ ਰਹੂਗੀ। ਬਟ ਆਪਾਂ ਇਹਨੂੰ ਡਿਲੇ ਕਰ ਸਕਦੇ ਹਾਂ। ਅਤੇ ਕਿਉਂਕਿ ਆਪਾਂ ਹਿਊਮਨਸ ਤੋਂ ਪਹਿਲਾਂ ਵੀ ਕਹੀਏ ਕਿ ਕਲਾਈਮੇਟ ਚੇਂਜ ਹੁੰਦਾ ਆ, ਆਈਸ ਏਜ ਆ ਗਈ, ਹੋਰ ਆ ਗਈ, ਬਟ ਉੱਥੇ ਹਿਊਮਨਸ ਨਹੀਂ ਸੀ, ਇੱਥੇ ਅਸੀਂ ਸੋਚ ਸਮਝ ਕੇ ਆਪਾਂ ਕਹੀਏ ਕਿ ਆਪਾਂ ਹੀ ਜ਼ਿੰਮੇਵਾਰ ਹਾਂ ਆਪਣੇ ਪੈਰਾਂ 'ਤੇ ਆਪ ਖੜ੍ਹੇ।
ਮਤਲਬ ਬਾਕੀ ਉਹਨਾਂ ਜਾਨਵਰਾਂ ਨੂੰ ਨਹੀਂ ਸੀ ਪਤਾ ਨਾ ਕਿ ਹਾਂ, ਕੀ ਕਰ ਰਹੇ ਉਹ ਕਰ ਰਹੇ ਨੇ। ਹਾਂ ਤੇ ਪਰ ਆਪਾਂ ਨੂੰ ਪਤਾ, ਤੇ ਆਪਾਂ ਸਭ ਕੁਝ ਜਾਣਦੇ ਹੋਏ ਵੀ ਅੱਖਾਂ 'ਤੇ ਪੱਟੀ ਬੰਨ੍ਹ ਲਈਏ, ਉਹ ਮਾੜੀ ਗੱਲ ਹੈ। ਤੇ ਆਪਾਂ ਨੂੰ ਚਾਹੀਦਾ ਕਿ ਘੱਟ ਤੋਂ ਘੱਟ ਰਿਸੋਰਸਿਸ ਨੇ ਜਿਹੜੇ ਉਹ ਯੂਜ਼ ਕੀਤੇ ਜਾਣ, ਤੇ ਵੱਧ ਤੋਂ ਵੱਧ ਆਪਾਂ ਕੁਦਰਤ ਨੂੰ ਦੇ ਸਕਦੇ ਹਾਂ ਤਾਂ ਉਹ ਆਪਾਂ ਨੂੰ ਦੇਣਾ ਚਾਹੀਦਾ। ਬਿਲਕੁਲ। ਹਾਂ ਜਿਵੇਂ ਹੁਣ ਆਪਾਂ ਬੈਠੇ ਹਾਂ ਇੱਥੇ, ਇੱਕ ਪਾਸੇ ਤੁਸੀਂ ਪਿੱਛੇ ਸਾਡੇ ਜਿਹੜੀ ਹਾਈਵੇ ਆ ਬਹੁਤ ਦੂਰ ਹੈ, ਬਟ ਇੱਥੋਂ ਦੇ ਲਾਊਡ ਹਾਰਨ ਨੇ ਵੱਜ ਰਹੇ ਨੇ। ਇੱਕ ਪਾਸੇ ਪੰਛੀ ਨੇ, ਬੜਾ ਇੱਕ ਵਧੀਆ ਐਗਜ਼ਾਮਪਲ ਹੈ ਇੱਥੇ ਸਾਡੇ। ਅਸੀਂ ਰੁੱਖਾਂ ਦੇ ਦੁਆਲੇ ਬੈਠੇ ਹਾਂ, ਇੱਥੇ ਜਾਮਣ ਦਾ ਰੁੱਖ ਲੱਗਿਆ ਹੋਇਆ ਜੀ। ਇੱਕ ਇਹ ਇੱਧਰ ਪਿੱਪਲ ਹੈ ਜੀ, ਇੱਧਰ ਟਾਹਲੀ, ਹਾਂ ਟਾਹਲੀ ਹੈ ਜੀ। ਤੇ ਇੱਧਰ ਜਾਮਣਾਂ ਨੇ 2-3, ਬੁੱਟਰ ਹੈ ਪੁਰਾਣੀ ਜ਼ਿਮੀਦਾਰ ਦੀ ਕਿਸੇ ਦੀ। ਤੇ ਇੱਥੇ ਪੰਛੀ ਬਹੁਤ ਸੋਹਣੀ ਮਿੱਠੀ ਮਿੱਠੀ ਆਵਾਜ਼ ਕੱਢ ਰਹੇ ਨੇ, ਚਹਿਚਹਾ ਰਹੇ ਨੇ। ਜਾਮਣਾ ਲੱਗਣ ਦਾ ਸੀਜ਼ਨ ਆਉਣ ਲੱਗਿਆ ਸੀ, ਹੁਣ ਬੂਰ ਪੈ ਜਾਣਾ ਚਾਹੀਦਾ ਸੀ। ਅੰਬ ਨੂੰ ਬੂਰ ਪੈ ਗਿਆ ਗਲੋਬਲ। ਆ ਹੁਣ ਜਿਹੜਾ ਹਨੇਰੀ ਤੂਫਾਨ ਆਇਆ, ਅਸੀਂ 2-3 ਦਿਨ ਪਹਿਲਾਂ ਨੋਟ ਕਰੀ ਜਾਂਦੇ ਸੀ, ਹਫ਼ਤੇ ਕੁ ਪਹਿਲਾਂ, ਕਿ ਅੰਬ ਜਿਹੜੇ ਨੇ ਸਾਰੇ ਪਾਸੇ ਵਧੀਆ ਬੂਰ ਪਿਆ ਸੀ। ਉਹਨਾਂ 'ਚ ਵਾਹ ਬੂਰ ਜਿਹੜਾ ਉਹ ਝੜ ਗਿਆ ਹੋਣਾ ਹੁਣ। ਹਾਂਜੀ, ਇਹ ਵੀ ਦੇਖੋ ਨੁਕਸਾਨ ਹੋ ਰਿਹਾ। ਤੇ ਉਹ ਅੰਬ ਜਿਹੜੇ ਫਰੂਟ ਨੇ, ਜਾਂ ਜਿਹੜੇ ਜਾਮਣਾਂ ਨੇ, ਜਾਂ ਹੋਰ ਵੀ ਫਲਦਾਰ ਰੁੱਖ ਨੇ, ਜਿਹੜੇ ਉਹਨਾਂ ਦਾ ਬੂਰ ਝੜ ਜਾਂਦਾ। ਤੇ ਇਹ ਵਿਚਾਰੇ ਪੰਛੀ ਨੇ ਜਿਹੜੇ ਉਹਨਾਂ 'ਤੇ ਨਿਰਭਰ ਨੇ, ਉਹਨਾਂ ਦੀ ਵੀ ਰੋਟੀ ਪਾਣੀ ਦਾ ਵਕਤ ਜਿਹੜਾ ਉਹਨਾਂ ਨੂੰ ਪੈ ਜਾਂਦਾ। ਤੇ ਸਾਨੂੰ ਤਾਂ ਪੈ ਹੀ ਰਿਹਾ, ਜਿਹੜਾ ਸਾਨੂੰ ਦਿਖ ਰਿਹਾ। ਇੱਕ ਜਿਹੜਾ ਇਹ ਅਲੋਪ ਜਿਹਾ ਹੋਇਆ, ਜਿਹੜੀ ਚੀਜ਼ ਬਾਰੇ ਬਹੁਤੇ ਲੋਕ ਗੌਰ ਨਹੀਂ ਕਰਦੇ, ਉਹ ਇਹੀ ਹੈ ਕਿ ਇਹਨਾਂ ਪੰਛੀਆਂ ਦੀ ਰੋਟੀ ਪਾਣੀ ਦਾ ਵੀ ਔਖਾ ਹੋ ਜਾਣਾ ਇਸੇ ਗਲੋਬਲ ਵਾਰਮਿੰਗ ਨਾਲ। ਜੇ ਇਹ ਨਾ ਰਹੇ ਤਾਂ ਅਸੀਂ ਵੀ ਨਹੀਂ ਰਹਿਣਾ। ਹਿੰਦੁਸਤਾਨ ਚਾਹੇ ਕੈਨੇਡਾ, ਦੋਨੇ ਮੁਲਕ ਬਹੁਤ ਸੋਹਣੇ ਨੇ, ਅਤੇ ਦੋਨਾਂ ਦੇ ਵਿੱਚ ਕੁਦਰਤੀ ਜਿਹੜੇ ਸੰਸਾਧਨ ਨੇ, ਕੁਦਰਤ ਨੇ ਥੱਬਿਆਂ ਨਾਲ ਭਰ ਕੇ ਦਿੱਤੇ ਨੇ। ਬਿਲਕੁਲ। ਚਾਹੇ ਚਾਹੇ ਉਹ ਖਣਿਜ ਪਦਾਰਥ ਹੋਣ, ਚਾਹੇ ਉਹ ਸੋਹਣੀ ਧਰਤੀ ਹੋਵੇ, ਚਾਹੇ ਅਲਬੇਲਾ ਮੌਸਮ ਹੋਵੇ, ਭਾਂਤ ਦੇ ਰੁੱਖ ਹੋਣ, ਭਾਂਤ ਦੇ ਜੀਵ ਜੰਤੂ ਹੋਣ, ਦੋਨਾਂ ਮੁਲਕਾਂ ਦੇ ਵਿੱਚ ਭਰ ਕੇ ਨੇ। ਲੈਂਡਸਕੇਪ ਬਹੁਤ ਵੱਡਾ ਹੈ। ਅਤੇ ਜਿਹੜੇ ਦੋਨਾਂ ਦੇਸ਼ਾਂ ਦਾ ਘਾਣ ਹੈ ਉਹ ਹੋ ਰਿਹਾ। ਇੱਕ ਜਿਹੜਾ ਮੁਲਕ ਹੈ ਉਹ ਸੰਤਾਪ ਝੇਲ ਰਿਹਾ ਹੈ, ਕਿਉਂਕਿ ਉਹ ਨੈਚੁਰਲ ਰਿਸੋਰਸਿਸ ਤੋਂ ਰਿਚ ਹੈ, ਅਤੇ ਉੱਥੇ ਬਹੁਤ ਜ਼ਿਆਦਾ ਜਿਹੜਾ ਨੈਚੁਰਲ ਰਿਸੋਰਸਿਸ ਦੀ ਜਿਹੜਾ ਉਹ ਕਹਿ ਲਓ ਕਿ ਢੋਆ ਢਵਾਈ ਚੱਲ ਰਹੀ ਹੈ। ਅਤੇ ਸਾਡੇ ਮੁਲਕ ਦੇ ਵਿੱਚ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਦਾ ਢਿੱਡ ਭਰਨਾ ਇੱਕ ਚੈਲੰਜ ਬਣਿਆ ਪਿਆ। ਅਤੇ ਕੋਵਿਡ ਜਿਹੜਾ ਸਾਨੂੰ ਲੱਗਦਾ ਫਿਰ ਐਡ ਕਰੀਏ ਕਿ ਇਹ ਇੱਕ ਟ੍ਰੇਲਰ ਸੀਗਾ। ਜਿਹੜੇ ਹਾਲਾਤ ਨੇ, ਜਿਸ ਹਿਸਾਬ ਨਾਲ ਪੂਰੀ ਦੁਨੀਆ ਉੱਪਰ ਵਸੋਂ ਅਤੇ ਆਬਾਦੀ ਵੱਧ ਰਹੀ ਹੈ, ਆਉਣ ਵਾਲੇ 15 ਜਾਂ 16 ਸਾਲਾਂ ਦੇ ਵਿੱਚ ਅਸੀਂ ਸਾਰੇ ਜਿਹੜੇ ਸੰਸਾਧਨ ਨੇ ਉਹ ਮੁਕਾ ਲੈਣੇ ਨੇ। ਉਸ ਤੋਂ ਬਾਅਦ ਅਸੀਂ ਕੀ ਖਾਵਾਂਗੇ? ਇਹਦੇ ਬਾਰੇ ਸਾਰੇ ਘੱਟੋ ਘੱਟ ਹਰ ਰੋਜ਼ 1 ਮਿੰਟ ਬੈਠ ਕੇ ਜ਼ਰੂਰ ਸੋਚਿਆ ਕਰੋ। ਹੋ ਸਕੇ ਤਾਂ ਸੁਬਾਹ ਘਰੋਂ ਨਿਕਲਣ ਲੱਗੇ ਸੋਚੋ, ਤਾਂ ਕਿ ਤੁਸੀਂ ਪੂਰੇ ਦਿਨ ਦੇ ਵਿੱਚ ਕੁਦਰਤੀ ਰਿਸੋਰਸਿਸ ਨੂੰ ਘੱਟ ਤੋਂ ਘੱਟ ਜਾਂ ਬਹੁਤ ਸਮਝਦਾਰੀ ਨਾਲ ਇਸਤੇਮਾਲ ਕਰੋ। ਮੈਂ ਜੀ ਗੱਲ ਕਰ ਰਿਹਾ ਪਾਣੀ ਦੀ, ਮੈਂ ਗੱਲ ਕਰ ਰਿਹਾ ਤੇਲ ਦੀ, ਮੈਂ ਗੱਲ ਕਰ ਰਿਹਾ ਹਵਾ ਦੀ, ਅਤੇ ਮੈਂ ਗੱਲ ਕਰ ਰਿਹਾ ਭੋਜਨ ਦੀ। ਇਸੇ ਸੰਦੇਸ਼ ਦੇ ਨਾਲ ਅਸੀਂ ਇਹ ਪੋਡਕਾਸਟ ਸਮਾਪਤ ਕਰਦੇ ਹਾਂ, ਅਤੇ ਮਿਲਦੇ ਹਾਂ ਤੁਹਾਨੂੰ ਅਗਲੇ ਪੋਡਕਾਸਟ ਦੇ ਵਿੱਚ। ਵਧੇਰੇ ਜਾਣਕਾਰੀ ਲਈ ਤੁਸੀਂ ਆਪਣੇ ਕਮੈਂਟ ਦੱਸ ਸਕਦੇ ਹੋ, ਆਪਣੇ ਸੁਝਾਅ ਸਾਨੂੰ ਦੇ ਸਕਦੇ ਹੋ, ਅਤੇ ਜਿਹੜੇ ਟੌਪਿਕ ਦੇ ਉੱਪਰ ਤੁਸੀਂ ਗੱਲ ਕਰਨਾ ਚਾਹੁੰਦੇ ਹੋ ਜਾਂ ਸੁਣਨਾ ਚਾਹੁੰਦੇ ਹੋ, ਸਾਨੂੰ ਉਹ ਟੌਪਿਕ ਬਾਰੇ ਥੋੜ੍ਹਾ ਜਿਹਾ ਚਾਨਣਾ ਪਾਓ। ਅਸੀਂ ਉਹਦੇ ਉੱਪਰ ਪੜਤਾਲ ਕਰਕੇ ਉਹਦੇ ਉੱਪਰ ਡਿਸਕਸ ਕਰਾਂਗੇ। ਬਾਕੀ ਕਮੈਂਟਸ ਅਤੇ ਤੁਹਾਡੇ ਲਾਈਕਸ ਜਿਹੜੇ ਨੇ ਉਹ ਸਾਨੂੰ ਭੇਜਦੇ ਰਹੋ। ਸਬਸਕ੍ਰਾਈਬ ਕਰੋ ਜੀ। ਸਾਨੂੰ ਲੱਗਦਾ ਹੈ ਕਿ ਗਲੋਬਲ ਜਿਹੜੇ ਸਿਨੈਰੀਓਜ਼ ਨੇ, ਕ੍ਰਾਈਸਿਸ ਬਹੁਤ ਸੀਰੀਅਸ ਨੇ, ਅਤੇ ਅਸੀਂ 2 ਬਾਇਓਲੋਜਿਸਟ, ਸਾਡੇ ਕੋਲੋਂ ਜੋ ਕੋਸ਼ਿਸ਼ ਹੋ ਸਕਦੀ ਅਸੀਂ ਕਰਾਂਗੇ। ਧੰਨਵਾਦ। ਥੈਂਕ ਯੂ।